जाई। आसा गगन नगर एक बूंद न बरखै, नाद कहाँ जो समाना। पार ब्रह्म परमेश्वर माधो, परमहंस ले सिधाना। बाबा बोलते ते कहाँ गए, देही के संग रहते। सुरत माहे जो नृत्य करते, कथा वार्ता कहते। बाबा बोलते ते कहाँ गए, देही के संग रहते। सुरत माहे जो नृत्य करते, कथा वार्ता कहते। रहाउ। वाहिगुरू जी का खालसा, वाहिगुरू जी की फतेह। ਸਾਹਿਬਾਂ ਦੀ मुकद्दस मुबारक खुशियां भरी गोद अंदर सज बैठे सतसंगी जनों, वड्ड भागे खां। संध्या वेले दे पावन दीवाना विच बैठ के रब्बी बाणी पढ़ सुन के अपना जीवन सफला कर रहे हाँ। सतगुर दाता रहमत करे, साडियां ये घड़ियां, साडे ये पल जो असी गुरु दे लई कढ़दे हाँ, वो लेखे विच लग जाण। कबीर एक घड़ी आदि घड़ी, आदि हुंते आद, भगतन सेती गोष्टे जो किनो सो लाभ। इन्हां घड़ियां दा लाभ सानू मिले। आओ सतगुरु दाता कृपा करे। वैसे रहरास बाणी दी विचार तुहाडे नाल सांझी कर रहा सां, पर अति प्यारे सज्जन मित्र उन्हां दा फोन आया, इस शब्द दी विचार तुसी करो। सो मन दे अंदर फिर फुरना बनाया कि भी चलो भगत कबीर जी का ये पावन वचन, इस दे अंदर जो विचार भगत कबीर जी ने सानू बख्शी है वो बड़ी कमाल दी है। जिन्नी को समझ सतगुरु ने दिती है ना, जितना को सतगुरु जी ने इस सुरत दे अंदर भंडार बख्शिया, उस दे विचों अपनी मत अनुसार नहीं, धन गुरु ग्रंथ साहिब महाराज जी की मत अनुसार। क्योंकि मैं नहीं जे जानदा कुछ भी, मैं अजान जन कुछ भी नहीं जानदा। जिन्नी को समझ लगी ना गुरु दे शब्द दे राही बाणी विचों, उसे विचों मैं तुहाडे नाल सांझी करांगा। शुरुआत करनी चाहुंदा, धन गुरु ग्रंथ साहिब महाराज जी बाणी दे अंदर 35 महापुरखों की बाणी, 6 गुरु साहिबानां की बाणी, 15 भगतां की बाणी, 11 भट्ट साहिबानां की बाणी,
ਤੇ 3 ਗੁਰਸਿੱਖਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ ਤੇ ਰੋਜ਼ ਹੀ ਆਪਾਂ ਇਹਨਾਂ ਦੇ ਅੱਗੇ ਸਿਜਦਾ ਕਰਦੇ ਹਾਂ। 15 ਭਗਤਾਂ ਦੇ ਵਿੱਚੋਂ ਸ਼੍ਰੋਮਣੀ ਭਗਤ ਭਗਤ ਕਬੀਰ ਜੀ। ਵੈਸੇ ਕਬੀਰ ਦਾ ਸ਼ਬਦ ਜਿਹੜਾ ਹੈ ਇਹਦੇ ਅਰਥ ਕਰੋਗੇ ਨਾ ਉਹ ਆਪਣੇ ਆਪ ਵਿੱਚ ਹੀ ਬੜੀ ਅਹਿਮੀਅਤ ਰੱਖਦੇ ਨੇ ਤੇ ਗੱਲਾਂ ਵੀ ਉਹ ਵੱਡੇ ਦੀਆਂ ਕਰਦੇ ਨੇ, ਉਸ ਨਿਰੰਕਾਰ ਦੀਆਂ ਕਰਦੇ ਨੇ। ਸ਼੍ਰੋਮਣੀ ਭਗਤ ਭਗਤ ਕਬੀਰ ਜੀ ਆਸਾ ਰਾਗ ਦੇ ਅੰਦਰ 480 ਅੰਗ ਤੇ ਇਹ ਪਾਵਨ ਬਚਨ ਜਿਹੜਾ ਸੁਭਾਏਮਾਨ ਹੈ। ਇਸ ਦੀਆਂ ਰਹਾਉ ਦੀਆਂ ਤੁਕਾਂ ਬਾਬਾ ਬੋਲਤੇ ਤੇ ਕਹਾਂ ਗਏ। ਸ਼ੁਰੂਆਤ ਵਿੱਚ ਹੀ ਮੈਂ ਇੱਕ ਬੇਨਤੀ ਕਰ ਦੇਣੀ ਚਾਹੁੰਦਾ, ਸਾਡੇ ਆ ਜਿਹੜੀ ਜੀਵ ਰਸਨਾ ਹੈ ਨਾ ਇਹਦੇ ਉੱਤੇ ਕੁਝ ਕੁ ਸ਼ਬਦ ਟਿਕ ਜਾਂਦੇ ਨੇ ਜਿਹੜੇ ਪੱਕੇ ਹੋ ਜਾਂਦੇ, ਆਪਾਂ ਕਦੇ ਉਹਨਾਂ ਨੂੰ ਮਿਟਾ ਨਹੀਂ ਪਾਉਂਦੇ। ਇਹ ਕਹਿ ਲਓ ਕਿ ਵੀ ਕਦੀ ਆਪਾਂ ਕੋਸ਼ਿਸ਼ ਵੀ ਨਹੀਂ ਕਰਦੇ ਸਮਝਣ ਦੀ ਕਿ ਵੀ ਕੀ ਮੈਂ ਅਸਲ ਵਿੱਚ ਜਿਹੜਾ ਸ਼ਬਦ ਪੜ੍ਹ ਰਿਹਾ ਕਿ ਉਹ ਸੱਚੀ ਵਿੱਚ ਮੈਂ ਠੀਕ ਪੜ੍ਹ ਰਿਹਾ ਜਾਂ ਗਲਤ ਪੜ੍ਹ ਰਿਹਾ। ਮੈਂ ਕਈਆਂ ਤੋਂ ਸੁਣਦਾ ਵੀ ਹਾਂ ਸ਼ਬਦ ਤੇ ਦੀ ਜਗ੍ਹਾ ਉਹ ਥੇ ਸ਼ਬਦ ਵਰਤਦੇ ਆ। ਕਦੀ ਤੁਸੀਂ ਧਿਆਨ ਨਾਲ ਕਿਸੇ ਨੂੰ ਸੁਣਿਆ ਹੋਵੇ ਪੜ੍ਹਦਿਆਂ, ਕੋਈ ਸਿੰਘ ਕੀਰਤਨ ਕਰਦਿਆਂ ਪੜ੍ਹਦਾ ਹੋਵੇ, ਬਾਣੀ ਪੜ੍ਹਦਿਆਂ ਕੋਈ ਤੁਹਾਡੇ ਨਾਲ ਇਸ ਸ਼ਬਦ ਦੀ ਸਾਂਝ ਪਾ ਰਿਹਾ ਹੋਵੇ, ਜਾਂ ਤੁਹਾਨੂੰ ਇਹ ਸ਼ਬਦ ਯਾਦ ਹੋਵੇ, ਕਿਤੇ ਧਿਆਨ ਕੀਤਾ ਕਿ ਵੀ ਤੇ ਦੀ ਜਗ੍ਹਾ ਥੇ ਤਾਂ ਨਹੀਂ ਪੜ੍ਹਦੇ। ਸਰੋ ਵਿਚਾਰ, ਇੱਥੇ ਸ਼ਬਦ ਥੇ ਨਹੀਂ ਹੈ, ਇੱਥੇ ਸ਼ਬਦ ਤੱਤੇ ਦੇ ਨਾਲ ਤੇ ਹੈ। ਭਗਤ ਕਬੀਰ ਜੀ ਇਸ ਪਾਵਨ ਬਚਨ ਦੇ ਅੰਦਰ ਅਪਾਰ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਆ। ਪਹਿਲਾਂ ਆਪਾਂ ਵੇਖੀਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਬੜੀ ਵਾਰ ਬਾਬਾ ਸ਼ਬਦ ਆਉਂਦਾ, ਇੱਕ ਵਾਰੀ ਨਹੀਂ ਕਈ ਵਾਰ ਆਉਂਦਾ। ਧੰਨ ਗੁਰੂ ਅਮਰਦਾਸ ਮਹਾਰਾਜ ਆਨੰਦ ਸਾਹਿਬ ਬਾਣੀ ਦੇ ਅੰਦਰ ਬਾਬਾ ਸ਼ਬਦ ਦੀ ਵਰਤੋਂ ਕਰਦੇ ਆ। ਚਲੋ ਇੱਕ ਦੋ ਉਦਾਹਰਨਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ। ਜਿਵੇਂ ਇੱਕ ਭਗਤ ਕਬੀਰ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ, ਬਾਬਾ ਅਬ ਨਾ ਬਸੋਂ ਇਹ ਗਾਉ। ਉੱਥੇ ਭਗਤ ਕਬੀਰ ਜੀ ਕਹਿੰਦੇ ਇਹ ਬਾਬਾ ਮੈਂ ਹੁਣ ਇਸ ਗਾਮ ਦੇ ਇਸ ਪਿੰਡ ਵਿੱਚ ਵਸਣਾ ਨਹੀਂ ਚਾਹੁੰਦਾ। ਕਿਉਂ? ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੋ ਨਾਉ। ਚਿੱਤਰਗੁਪਤ ਮੇਰੇ ਕੋਲੋਂ ਲੇਖਾ ਮੰਗਦਾ, ਮੈਂ ਕੀ ਲੇਖਾ ਦਿਆਂ। ਅਸਲ ਵਿੱਚ ਜਿਹੜਾ ਬਾਬਾ ਸ਼ਬਦ ਹੈ ਨਾ ਉਹ ਬੜਾ ਹੀ ਸਤਿਕਾਰਤ ਸ਼ਬਦ ਹੈ। ਫਿਰ ਉਦਾਹਰਨ ਮੈਂ ਤੁਹਾਡੇ ਨਾਲ ਇਸ ਸ਼ਬਦ ਦੀ ਕਰਨੀ ਚਾਹੁੰਦਾ। ਭਾਈ ਗੁਰਦਾਸ ਜੀ ਦੀਆਂ ਕਦੀ ਵਾਰਾਂ ਪੜ੍ਹਿਓ। ਇਹ ਸ਼ਬਦ ਭਾਈ ਗੁਰਦਾਸ ਜੀ ਨੇ ਧੰਨ ਗੁਰੂ ਨਾਨਕ ਮਹਾਰਾਜ ਜੀ ਵਾਸਤੇ ਵਰਤਿਆ ਹੋਇਆ। ਕਦੀ ਖਿਆਲ ਕੀਤਾ ਹੋਵੇ ਤੁਸੀਂ ਬਾਬਾ ਸ਼ਬਦ? ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਫਿਰ ਮੈਂ ਬੇਨਤੀ ਕਰਾਂ, ਬੜਾ ਸਤਿਕਾਰਤ ਲਫ਼ਜ਼ ਹੈ। ਇਹਨੂੰ ਛੋਟੇ ਭਾਵਾਂ ਵਿੱਚ ਨਾ ਲਿਓ ਕਿ ਵੀ ਦੋ ਸ਼ਬਦ ਨੇ ਤੇ ਦੋ ਮਾਤਰਾਵਾਂ ਦੇ ਸੁਮੇਲ ਦੇ ਨਾਲ ਇਹ ਸ਼ਬਦ ਬਣਿਆ। ਨਹੀਂ, ਇਸ ਸ਼ਬਦ ਦੇ ਅੰਦਰ ਬੜਾ ਕੁਝ ਲੁਕਿਆ ਹੋਇਆ। ਚਲੋ ਇਤਿਹਾਸ ਦੇ ਅੰਦਰ ਇਹਦਾ ਇੱਕ ਆਪਣਾ ਪੱਖ ਹੈ, ਬਾਣੀ ਦੇ ਅੰਦਰ ਇਹਦਾ ਇੱਕ ਆਪਣਾ ਪੱਖ ਹੈ। ਬਾਬਾ ਸ਼ਬਦ ਜਦੋਂ ਇਹਦੇ ਭਾਵ ਅਰਥ ਪੜ੍ਹਦੇ ਹਾਂ ਤੇ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਜਦੋਂ ਇਹਦੇ ਅਰਥ ਕੀਤੇ ਉਹ ਬੜੇ ਕਮਾਲ ਦੇ ਕੀਤੇ ਆ। ਉਹ ਅਰਥ ਕਰਦੇ ਆ, ਹੇ ਭਾਈ, ਹੇ ਬਾਬਾ, ਜਾਂ ਕਹਿੰਦੇ ਆ ਹੇ ਮਿੱਤਰ। ਭਾਵ ਸਤਿਕਾਰ ਵਜੋਂ ਉਹਨਾਂ ਨੇ ਇਹ ਸ਼ਬਦ ਵਰਤੇ। ਤੇ ਭਗਤ ਕਬੀਰ ਜੀ ਅੱਗੇ ਕਹਿੰਦੇ, ਬਾਬਾ ਬੋਲਤੇ ਤੇ ਕਹਾਂ ਗਏ।
ਦੇਹੀ ਕੇ ਸੰਗ ਰਹਤੇ। ਹੁਣ ਇਹਦੇ ਥੋੜੇ ਜਿਹੇ ਭਾਵ ਅਰਥਾਂ ਨੂੰ ਸਮਝਿਓ, ਫਿਰ ਆਪਾਂ ਇਹਦੀ ਵਿਚਾਰ ਕਰਾਂਗੇ। ਭਗਤ ਕਬੀਰ ਜੀ ਇਹਦੇ ਭਾਵ ਅਰਥ ਕਰਦੇ ਆ, ਹੇ ਭਾਈ ਹਰ ਸਿਮਰਨ ਦੀ ਬਰਕਤ ਦੇ ਨਾਲ, ਫਿਰ ਖਿਆਲ ਕਰਿਓ, ਸਿਮਰਨ ਭਾਵ ਭਜਨ ਬੰਦਗੀ ਦੀ ਬਰਕਤ ਦੇ ਨਾਲ ਤੇਰੇ ਅੰਦਰ ਇੱਕ ਅਚਰਜ ਦੀ ਤਬਦੀਲੀ ਪੈਦਾ ਹੋ ਗਈ ਹੈ। ਕਿਉਂਕਿ ਜਿੰਨੀਆਂ ਵੀ ਤਬਦੀਲੀਆਂ ਬੰਦੇ ਦੀ ਜ਼ਿੰਦਗੀ ਵਿੱਚ ਆਉਂਦੀਆਂ ਨਾ ਧਰਮੀ ਬੰਦੇ ਦੀ, ਉਹ ਸਿਮਰਨ ਦੇ ਨਾਲ ਹੀ ਆਉਂਦੀਆਂ ਨੇ, ਉਹ ਭਜਨ ਬੰਦਗੀ ਦੇ ਨਾਲ ਹੀ ਆਉਂਦੀਆਂ ਨੇ। ਸੰਸਾਰੀ ਬੰਦੇ ਦੀ ਜ਼ਿੰਦਗੀ ਵਿੱਚ ਵੀ ਤਬਦੀਲੀਆਂ ਆਉਂਦੀਆਂ ਨੇ, ਪਰ ਉਹ ਇੱਕ ਸੰਸਾਰੀ ਪੱਖ ਹੈ। ਆਪਾਂ ਸਿਰਫ ਇੱਥੇ ਧਰਮੀ ਬੰਦੇ ਦੀ ਗੱਲ ਕਰ ਰਹੇ ਹਾਂ। ਬਾਬਾ ਸ਼ਬਦ ਇੱਥੇ ਧਰਮੀ ਕਹਿ ਲਓ ਕਿ ਵੀ ਧਰਮ ਦੇ ਲਈ ਇੱਕ ਸਤਿਕਾਰਤ ਸ਼ਬਦ ਵਰਤਿਆ ਗਿਆ। ਭਗਤ ਕਬੀਰ ਜੀ ਕਹਿੰਦੇ ਹਰ ਸਿਮਰਨ ਦੀ ਬਰਕਤ ਦੇ ਨਾਲ ਤੇਰੇ ਅੰਦਰ ਇੱਕ ਅਚਰਜ ਤਬਦੀਲੀ ਪੈਦਾ ਹੋ ਗਈ ਹੈ। ਭਗਤ ਕਬੀਰ ਜੀ ਉਹ ਕਿਹੜੀ? ਉਹ ਇਹ ਹੈ, ਤੇਰੇ ਉਹ ਬੋਲ ਬੁਲਾਰੇ ਕਿੱਥੇ ਗਏ? ਜਿਹੜੇ ਤੇਰੇ ਅੰਦਰ ਬੋਲਦੇ ਸਨ। ਹੁਣ ਇੱਥੇ ਥੋੜਾ ਜਿਹਾ ਰੁਕਿਓ ਸਾਧ ਸੰਗਤ। ਆ ਜਿਹੜੀ ਭਾਵਰਤ ਤੁਸੀਂ ਸੁਣਿਆ, ਤੇਰੇ ਅੰਦਰ ਬੋਲਦੇ ਉਹ ਬੋਲ ਬੁਲਾਰੇ ਕਿੱਥੇ ਗਏ? ਅਕਸਰ ਨਾ ਮੈਂ ਜੇ ਬੈਠਾ ਇਹੀ ਸ਼ਬਦ ਦੇ ਵਿਚਾਰ ਆਪਾਂ ਥੱਲੇ ਵੀ ਕਰ ਰਹੇ ਸੀ। ਅਕਸਰ ਅਸੀਂ ਜਦੋਂ ਇਹ ਸ਼ਬਦ ਪੜ੍ਹਾਇਆ ਜਾਂਦਾ ਨਾ ਜਾਂ ਸੁਣਿਆ ਜਾਂਦਾ, ਉੱਥੇ ਇੱਕੋ ਭਾਵ ਦੇ ਵਿੱਚ ਆਪਾਂ ਸੁਣਦੇ ਆ ਕਿ ਵੀ ਜਿਹੜਾ ਬਾਬਾ ਸਾਡਾ ਬਜ਼ੁਰਗ ਸਾਡੇ ਕੋਲ ਸੀ, ਜਿਹੜਾ ਕਥਾ ਵਾਰਤਾ ਕਰਦਾ ਸੀ, ਸਾਡੇ ਨਾਲ ਗੱਲਾਂ ਕਰਦਾ ਸੀ ਉੱਚੀ ਉੱਚੀ, ਕਿੱਥੇ ਗਿਆ? ਆਪਾਂ ਨੂੰ ਸਿਰਫ ਆਹ ਅਰਥ ਪਤਾ ਨੇ, ਇਸ ਤੋਂ ਵੱਧ ਉੱਚਾ ਅਸੀਂ ਜਾ ਹੀ ਨਹੀਂ ਸਕੇ, ਮਾਫ ਕਰਨਾ। ਪਰ ਰੂਹਾਨੀਅਤ ਦੀ ਦੁਨੀਆ ਦੇ ਅੰਦਰ, ਪਰਮਾਰਥ ਦੀ ਦੁਨੀਆ ਦੇ ਅੰਦਰ ਇਹਦੇ ਅਰਥ ਇਹ ਨਹੀਂ ਹੈ ਜੋ ਆਪਾਂ ਹੁਣ ਤੱਕ ਕਰਦੇ ਰਹੇ ਹਾਂ। ਭਗਤ ਕਬੀਰ ਜੀ ਕਹਿੰਦੇ ਆ, ਤੇਰੇ ਉਹ ਬੋਲ ਬੁਲਾਰੇ ਕਿੱਥੇ ਗਏ? ਇੱਥੇ ਬਾਹਰ ਦੀ ਗੱਲ ਨਹੀਂ ਹੈ, ਗੱਲ ਤਾਂ ਅੰਦਰ ਦੀ ਹੈ। ਹੁਣ ਜਿਹੜੀਆਂ ਚੀਜ਼ਾਂ ਤੇਰੇ ਅੰਦਰ ਬੋਲਦੀਆਂ ਸਨ, ਹੁਣ ਇੱਥੇ ਵੀ ਇੱਕ ਸਵਾਲ ਖੜਾ ਹੋ ਜਾਏਗਾ ਕਿ ਮੇਰੇ ਅੰਦਰ ਕੀ ਬੋਲਦਾ ਸੀ? ਮੇਰੇ ਅੰਦਰ ਵੀ ਕੋਈ ਇਹੋ ਜਿਹਾ ਬੁਲਾਰਾ ਸੀਗਾ ਜਿਹੜਾ ਬੋਲ ਲੈਂਦਾ ਸੀ? ਹਾਂ, ਭਗਤ ਕਬੀਰ ਜੀ ਕਹਿੰਦੇ ਤੇਰੇ ਅੰਦਰ ਬੜਾ ਕੁਝ ਬੋਲਦਾ ਸੀ। ਕਦੀ ਆਪਣੇ ਅੰਦਰ ਨੂੰ ਪੁੱਛ ਕੇ ਵੇਖ, ਤੇਰੇ ਅੰਦਰ ਕਦੀ ਤ੍ਰਿਸ਼ਨਾ ਨਹੀਂ ਸੀ ਬੋਲਦੀ? ਧਿਆਨ ਨਾਲ ਸੁਣਿਓ, ਕਦੀ ਤੇਰੇ ਅੰਦਰ ਹੰਕਾਰ ਨਹੀਂ ਸੀ ਬੋਲਦਾ? ਕਦੀ ਤੇਰੇ ਅੰਦਰ ਕਾਮ ਨਹੀਂ ਸੀ ਬੋਲਦਾ? ਕਦੀ ਤੂੰ ਗੁੱਸੇ ਵਿੱਚ ਆ ਕੇ, ਕ੍ਰੋਧ ਵਿੱਚ ਆ ਕੇ ਉੱਚਾ ਉੱਚਾ ਨਹੀਂ ਸੀ ਬੋਲਦਾ? ਗੱਲ ਤਾਂ ਆਪ ਵੇਖਣ ਵਾਲੀ ਸੀ, ਮਾਫ ਕਰਨਾ। ਇਸ ਸ਼ਬਦ ਦੇ ਅੰਦਰ ਆਪਾਂ ਇਹਨੂੰ ਬਾਹਰੀ ਤੌਰ ਤੇ ਵੇਖਦੇ ਰਹੇ, ਆਪਣੇ ਬਾਬਿਆਂ ਤੇ ਟਿਕਾਉਂਦੇ ਰਹੇ, ਆਪਣੇ ਬਜ਼ੁਰਗਾਂ ਤੇ ਟਿਕਾਉਂਦੇ ਰਹੇ। ਮੈਂ ਫਿਰ ਬੇਨਤੀ ਕਰਾਂ, ਭਗਤ ਕਬੀਰ ਜੀ ਕਹਿੰਦੇ ਆ, ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ। ਭਾਵ ਜੇ ਤੇਰੇ ਉਹ ਬੋਲ ਬੁਲਾਰੇ ਕਿੱਥੇ ਗਏ ਜੋ ਸਦਾ ਸਰੀਰ ਸੰਬੰਧੀ ਹੀ ਤੇਰੇ ਨਾਲ ਰਹਿੰਦੇ ਸਨ, ਜਿਹੜੇ ਹਰ ਵੇਲੇ ਤੇਰੇ ਸਰੀਰ ਦੇ ਅੰਦਰ ਬੋਲਦੇ ਰਹਿੰਦੇ ਸਨ। ਕਿਹੜਾ ਬੰਦਾ ਹੈ ਜਿਹਦੇ ਅੰਦਰ ਇਹ ਬੋਲ ਰੋਜ਼ ਨਹੀਂ ਬੋਲਦਾ? ਸੈਸ ਖੱਟੇ ਲੱਖ ਕੋ ਉਠਤਾ ਵੈ। ਇਹ ਤ੍ਰਿਸ਼ਨਾ ਹੀ ਤਾਂ ਸਾਡੀ ਬੋਲਦੀ ਹੈ ਕਿ ਮੇਰੇ ਕੋਲ ਹਜ਼ਾਰਾਂ ਹੋਣ, ਲੱਖਾਂ ਹੋਣ, ਤਾਂ ਵੀ ਮੇਰੀ ਪਿਆਸ ਨਹੀਂ ਬੁਝਦੀ। ਮੈਂ ਕਹਿੰਦਾ ਮੇਰੇ ਕੋਲ ਇਦੋਂ ਬਾਅਦ ਹੋਰ ਹੋਵੇ। ਬੰਦਾ ਤੇ ਕਹਿੰਦਾ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਗੱਲ ਤੇ ਮੋਹਰ ਲਾਉਂਦੇ ਆ, ਸਹਿਸ ਕੱਟੇ ਲੱਖ ਕੋ ਉਡਤਾਵੈ, ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ। ਇਹ ਬੋਲਣਾ ਕਿੱਥੋਂ ਹਟਦਾ? ਇਹ ਤਾਂ ਦਿਨ ਰਾਤ ਬੋਲੀ ਜਾ ਰਿਹਾ। ਤ੍ਰਿਸ਼ਨਾ ਦੀ ਅੱਗ ਇਹ ਜਾਗਦਿਆਂ ਵੀ ਆਪਣੇ ਅੰਦਰ ਪਾ ਕੇ ਰੱਖਦਾ, ਕਈ ਵਾਰ ਸੁੱਤਿਆਂ ਵੀ ਤ੍ਰਿਸ਼ਨਾ ਦੀ ਅੱਗ ਇਹਨੂੰ ਤੰਗ ਕਰਦੇ ਆ। ਉੱਥੇ ਵੀ ਆਸਾਂ ਮਨਸਾਂ ਇਹਦੀਆਂ ਚੱਲਦੀਆਂ ਰਹਿੰਦੀਆਂ ਨੇ, ਉੱਥੇ ਵੀ ਫੁਰਨੇ ਜਨਮ ਲੈਂਦੇ ਰਹਿੰਦੇ ਆ। ਉੱਥੇ ਇਹ ਸੋਚੀ ਜਾਂਦਾ ਰਾਤ ਨੂੰ ਸੁੱਤਾ, ਕੱਲ੍ਹ ਨੂੰ ਜਦੋਂ ਮੈਂ ਉੱਠਾਂਗਾ, ਜਿੰਨਾ ਅੱਜ ਕੁਝ ਕੀਤਾ ਇਸ ਤੋਂ ਵੱਧ ਮੈਂ ਕੱਲ੍ਹ ਉੱਠ ਕੇ ਕਰਾਂਗਾ। ਇਹੀ ਕਹਾਣੀ ਹੈ। ਤੇ ਭਗਤ ਕਬੀਰ ਜੀ ਕਹਿੰਦੇ ਆ,
जो कुछ तेरे अंदर बंदिया बोलदा सी ना, वो मैनू तू सच करके दस, ਜਿਹੜੇ ਸਰੀਰ ਦੇ ਨਾਲ ਹਮੇਸ਼ਾ ਹੀ ਤੇਰੇ ਜੁੜੇ ਰਹਿੰਦੇ ਸਨ, ਉਹ ਅੱਜ ਉਹ ਜੁੜੇ ਹੋਏ ਤੇਰੇ ਸੰਬੰਧੀ ਕਿੱਥੇ ਗਏ? ਫਿਰ ਮੈਂ ਇੱਥੇ ਥੋੜਾ ਜਿਹਾ ਰੁਕਣਾ ਚਾਹੁੰਦਾ। ਕੁਝ ਚੀਜ਼ਾਂ ਸਾਡੇ ਅੰਦਰ ਦੇ ਨਾਲ ਸੰਬੰਧ ਰੱਖਦੀਆਂ ਨੇ, ਕੁਝ ਚੀਜ਼ਾਂ ਸਾਡੇ ਬਾਹਰ ਦੇ ਨਾਲ ਸੰਬੰਧ ਰੱਖਦੀਆਂ ਨੇ। ਥੋੜਾ ਜਿਹਾ ਇਕਾਗਰਤਾ ਦੇ ਨਾਲ ਸੁਣਿਓ ਇਹਨੂੰ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਾਹਰ ਦੀਆਂ ਚੀਜ਼ਾਂ ਦਾ ਵੀ ਜ਼ਿਕਰ ਕੀਤਾ, ਅੰਦਰ ਦੀਆਂ ਚੀਜ਼ਾਂ ਦਾ ਵੀ ਜ਼ਿਕਰ ਕੀਤਾ। ਮੈਂ ਦੋਵੇਂ ਪੱਖ ਤੁਹਾਡੇ ਨਾਲ ਸਾਂਝੇ ਕਰਾਂਗਾ। ਗੁਰੂ ਅਮਰਦਾਸ ਮਹਾਰਾਜ, ਜਦੋਂ ਤੁਸੀਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹੋ ਨਾ, ਉਹਦੇ ਵਿੱਚ ਸਤਿਗੁਰੂ ਜੀ ਬਾਹਰ ਦਾ ਜ਼ਿਕਰ ਕਰਦੇ ਆ, ਜਿਨ੍ਹਾਂ ਦਾ ਸਾਡੇ ਨਾਲ ਬਾਹਰੀ ਤੌਰ ਤੇ ਸੰਬੰਧ ਹੈ। ਹਾਲਾਂਕਿ ਵੀ ਇਸ ਭਾਵ ਅਰਥ ਦੇ ਨਾਲ ਉਹਨਾਂ ਨੂੰ ਜੋੜੀਏ ਕਿ ਵੀ ਜਿਹੜੀਆਂ ਚੀਜ਼ਾਂ ਭਾਵੇਂ ਅੰਦਰ ਦੀਆਂ ਸਨ ਭਾਵੇਂ ਬਾਹਰ ਦੀਆਂ ਸਨ, ਉਹ ਕਿੱਥੇ ਨੇ? ਦਿਸਦੀਆਂ ਤੇ ਨਜ਼ਰ ਆ ਨਹੀਂ ਰਹੀਆਂ। ਜਿਵੇਂ ਉਦਾਹਰਣ ਦੇਣ ਲੱਗਾ ਸਾਂ ਬਾਣੀ ਵਿੱਚੋਂ, ਏ ਕੁਟੰਬ ਤੁਝੇ ਦੇਖਦਾ ਚੱਲੇ ਨਾਹੀ ਤੇਰਾ, ਨਾਲੇ ਦੇਹੀ ਕੈ ਸੰਗ ਰਹਤੇ। ਜਿਹੜਾ ਬਾਹਰ ਦਾ ਕੁਟੰਬ ਸੀ ਉਹ ਵੀ ਤਾਂ ਸਾਡੇ ਸਰੀਰ ਦੇ ਅੰਗ ਸੰਗ ਹੀ ਰਹਿੰਦਾ ਸੀ। ਜੇ ਆਪਾਂ ਉੱਥੇ ਵੀ ਥੋੜਾ ਜਿਹਾ ਇਹਨੂੰ ਵੇਖ ਲਈਏ ਸ਼ਬਦ ਨੂੰ, ਪਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੱਗੇ ਉਸ ਸ਼ਬਦ ਨੂੰ ਪੜ੍ਹਿਓ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਭਾਵੇਂ ਇਹ ਬਾਹਰ ਦੇ ਨਾਲ ਸੰਬੰਧ ਸੀ, ਇਹਨਾਂ ਦਾ ਭਰਾ ਭੈਣ ਮਾਂ ਬਾਪ ਪਰਿਵਾਰ ਕੁਟੰਬ ਜੋ ਕੁਝ ਵੀ ਬਾਹਰ ਸੰਬੰਧਿਤ ਸੀ ਚੀਜ਼ਾਂ ਸਾਡੇ ਨਾਲ ਜੁੜੀਆਂ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਕੁਟੰਬ ਦੂਜੇ ਦੇਖਦਾ ਚੱਲੇ ਨਾਹੀ ਤੇਰਾ, ਨਾਲੇ ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ। ਬਾਹਰੀ ਚੀਜ਼ਾਂ ਦੇ ਨਾਲ ਚਿੱਤ ਲਾਇਆ, ਸੰਬੰਧ ਉਹਨਾਂ ਦੇ ਨਾਲ ਵੀ ਭਾਵੇਂ ਸਾਡਾ ਕੋਈ ਗੂੜਾ ਨਹੀਂ, ਜਾਂ ਅੱਜ ਮੈਂ ਹੋਵਾਂਗਾ ਕੱਲ ਉਹ ਨਹੀਂ ਹੋਣਗੇ, ਜੇ ਕੱਲ ਉਹ ਨਾ ਹੋਏ ਹੋ ਸਕਦਾ ਹੈ ਕਿ ਵੀ ਮੈਂ ਹੋਵਾਂ ਕੱਲ ਉਹ ਨਾ ਹੋਣ, ਜਾਂ ਜੇ ਮੈਂ ਅੱਜ ਹਾਂ ਉਹ ਨਾ ਹੋਣ। ਇਹ ਕਹਾਣੀ ਵਰਤਦੀ ਰਹਿੰਦੀ ਹੈ ਸੰਸਾਰ ਤੇ। ਇਹ ਤਾਂ ਚੀਜ਼ਾਂ ਨੇ ਬਾਹਰ ਦੀਆਂ, ਤੇ ਬਾਹਰ ਦੇ ਨਾਲ ਇਕੱਲਾ ਕੁਟੰਬ ਹੀ ਨਹੀਂ ਜੁੜਦਾ। ਬਾਹਰ ਦੇ ਨਾਲ ਜੋ ਆਪਾਂ ਵੇਖਦੇ ਹਾਂ, ਇਹ ਐਸ਼ੋ ਆਰਾਮ ਇਸ਼ਰਤ ਜੋ ਕੁਝ ਬੰਦੇ ਦਾ ਧਨ ਦੌਲਤ, ਇਹਦੇ ਨਾਲ ਜੋ ਸੰਬੰਧ ਹੈ, ਸਤਿਗੁਰੂ ਜੀ ਕਹਿੰਦੇ ਸਭ ਕੁਝ ਉਹ ਆਪਾਂ ਲੈ ਲਈਏ। ਦੂਜੀ ਬੇਨਤੀ, ਇਹ ਤਾਂ ਚੀਜ਼ਾਂ ਸਨ ਬਾਹਰ ਦੀਆਂ। ਹੁਣ ਉਹ ਚੀਜ਼ਾਂ ਜਿਹੜੀਆਂ ਸਾਡੇ ਅੰਦਰ ਨੇ, ਜਿਨ੍ਹਾਂ ਦਾ ਸੰਬੰਧ ਸਾਡੇ ਨਾਲ ਰੋਜ਼ ਹੀ ਰਹਿੰਦਾ ਹੈ। ਪਰਿਵਾਰ ਤੋਂ ਕੁਝ ਦਿਨਾਂ ਦੇ ਲਈ ਬੰਦਾ ਦੂਰ ਵੀ ਹੋ ਜਾਂਦਾ ਹੈ, ਸੰਬੰਧ ਕਈ ਵਾਰ ਬੰਦਾ ਪਰਿਵਾਰ ਦਾ ਛੱਡ ਵੀ ਦਿੰਦਾ ਹੈ, ਕਈ ਵਾਰ ਦੂਰ ਚਲਾ ਜਾਂਦਾ ਹੈ। ਪਰ ਆ ਜਿਹੜੇ ਪੰਜ ਵਿਕਾਰ ਨੇ, ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ ਨੇ, ਇਹਨਾਂ ਦੇ ਨਾਲ ਤੇ ਬੰਦੇ ਦਾ ਰੋਜ਼ ਦਾ ਹੀ ਸੰਬੰਧ ਹੈ। ਇਹ ਤੇ ਬੰਦਾ ਨਹੀਂ ਕਹਿ ਸਕਦਾ ਕਿ ਵੀ ਇਹਦੇ ਨਾਲ ਮੇਰਾ ਇੱਕ ਦਿਨ ਦਾ ਸੰਬੰਧ ਨਹੀਂ ਹੈ। ਕੋਈ ਤੁਹਾਡੇ ਵਿੱਚੋਂ ਕੋਈ ਇਹ ਗੱਲ ਉੱਠ ਕੇ ਮੈਨੂੰ ਕਹਿ ਦੇ ਕਿ ਵੀ ਇਹਨਾਂ ਅੱਖਾਂ ਦੇ ਨਾਲ ਮੇਰਾ ਸੰਬੰਧ ਨਹੀਂ ਹੈ? ਕੋਈ ਕਹਿ ਦੇ ਮੈਨੂੰ ਉੱਠ ਕੇ ਕਿ ਵੀ ਇਹਨਾਂ ਕੰਨਾਂ ਦੇ ਨਾਲ ਮੇਰਾ ਸੰਬੰਧ ਨਹੀਂ ਹੈ? ਕੋਈ ਕਹਿ ਦੇ ਕਿ ਵੀ ਇਹਨਾਂ ਹੱਥਾਂ ਦੇ ਨਾਲ ਇਹਨਾਂ ਪੈਰਾਂ ਦੇ ਨਾਲ ਮੇਰਾ ਰੋਜ਼ ਦਾ ਸੰਬੰਧ ਨਹੀਂ ਹੈ? ਰੋਜ਼ ਇਹਨਾਂ ਹੱਥਾਂ ਦੇ ਨਾਲ ਕਰਨਾ ਵੀ ਹੈ, ਰੋਜ਼ ਇਹਨਾਂ ਹੱਥਾਂ ਦੇ ਨਾਲ ਪੈਰਾਂ ਨਾਲ ਤੁਰਨਾ ਵੀ ਹੈ, ਰੋਜ਼ ਇਹਨਾਂ ਕੰਨਾਂ ਦੇ ਨਾਲ ਸੁਣਨਾ ਵੀ ਹੈ, ਇਹਨਾਂ ਅੱਖਾਂ ਦੇ ਨਾਲ ਵੇਖਣਾ ਵੀ ਹੈ, ਜੀਭ ਨਾਲ ਬੋਲਣਾ ਵੀ ਹੈ। ਸਾਡਾ ਤੇ ਰੋਜ਼ ਦਾ ਇਹਨਾਂ ਦੇ ਨਾਲ ਸੰਬੰਧ ਹੈ। ਤੇ ਜਿਨ੍ਹਾਂ ਚੀਜ਼ਾਂ ਦੇ ਨਾਲ ਸਾਡਾ ਰੋਜ਼ ਦਾ ਸੰਬੰਧ ਹੈ ਨਾ, ਭਗਤ ਕਬੀਰ ਜੀ ਉਹਨਾਂ ਚੀਜ਼ਾਂ ਦੇ ਬਾਰੇ ਸਾਨੂੰ ਸਮਝਾ ਰਹੇ ਆ। ਬਸ ਉਹਨਾਂ ਚੀਜ਼ਾਂ ਬਾਰੇ ਆਪਾਂ ਸਮਝਣਾ ਹੈ। ਅਗਲੀ ਪੰਕਤੀ ਵਿੱਚ ਸਮਝਿਓ, ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ। ਹੁਣ ਅਗਲੀ ਪੰਕਤੀ ਨੂੰ ਆਧਾਰ ਬਣਾਵਾਂ। ਕਦੇ ਉਹ ਸਮਾਂ ਸੀ, ਭਗਤ ਕਬੀਰ ਜੀ ਕਹਿੰਦੇ ਕਦੇ ਉਹ ਸਮਾਂ ਸੀ ਜਦੋਂ ਤੇਰੀਆਂ ਸਾਰੀਆਂ ਗੱਲਾਂ ਬਾਤਾਂ ਸਰੀਰਕ ਮੋਹ ਬਾਰੇ ਹੀ, ਭਾਵ ਜੋ ਕੁਝ ਸਰੀਰ ਦੇ ਨਾਲ ਜੁੜਿਆ, ਜੋ ਕੁਝ ਸਰੀਰ ਦੇ ਨਾਲ ਸੰਬੰਧ ਸੀ, ਭਾਵੇਂ ਉਹ ਬਾਹਰ ਦਾ ਹੋਵੇ
ਭਾਵੇਂ ਉਹ ਸਾਡੇ ਅੰਦਰ ਦੇ ਵਿਕਾਰ ਹੋਣ, ਭਾਵੇਂ ਕਰਮ ਗਿਆਨ ਇੰਦਰੇ ਹੋਣ, ਸਿਰਫ ਉੱਥੋਂ ਤੱਕ ਸੀਮਤ ਸੀ। ਜਾਂ ਮੈਂ ਆਪਣੇ ਸਰੀਰ ਦੀਆਂ ਗੱਲਾਂ ਕਰਦਾ ਸਾਂ ਤੇ ਜਾਂ ਮੈਂ ਬਾਹਰ ਦੇ ਨਾਲ ਜੁੜੀਆਂ ਆਪਣੇ ਸਰੀਰ ਦੇ ਨਾਲ ਉਹਨਾਂ ਦੀਆਂ ਗੱਲਾਂ ਕਰਦਾ ਸਾਂ। ਭਗਤ ਕਬੀਰ ਜੀ ਕਹਿੰਦੇ ਆ, ਕਹਿੰਦੇ ਤੇਰੀਆਂ ਸਾਰੀਆਂ ਗੱਲਾਂ ਬਾਤਾਂ ਸਰੀਰਕ ਮੋਹ ਬਾਰੇ ਹੀ ਸਨ। ਤੇਰੇ ਮਨ ਵਿੱਚ ਮਾਇਕ ਫੁਰਨੇ ਹੀ ਨਾਚ ਕਰਦੇ ਫਿਰਦੇ ਸਨ, ਹੋਰ ਕੋਈ ਫੁਰਨਾ ਤੇਰੇ ਮਨ ਵਿੱਚ ਕਦੀ ਆਉਂਦਾ ਹੀ ਨਹੀਂ ਸੀ। ਇੱਕ ਬਚਨ ਮੈਂ ਤੁਹਾਡੇ ਖਿਆਲ ਵਿੱਚ ਰੱਖਣਾ ਚਾਹੁੰਦਾ, ਆਪਾਂ ਸਰੀਰ ਤੋਂ ਸ਼ੁਰੂ ਹੁੰਨੇ ਆ ਤੇ ਸਰੀਰ ਤੇ ਸਾਡਾ ਦੀ ਐਂਡ ਹੋ ਜਾਂਦਾ। ਆਪਾਂ ਨਾ ਤੇ ਕਦੀ ਮਨ ਤੱਕ ਪਹੁੰਚ ਪਾਉਂਦੇ ਆ ਤੇ ਨਾ ਹੀ ਕਦੀ ਸਾਡੀ ਮਨ ਤੱਕ ਪਹੁੰਚ ਬਣਦੀ ਹੈ। ਤੇ ਕਦੀ ਆਪਾਂ ਇਹ ਯਤਨ ਵੀ ਨਹੀਂ ਕੀਤਾ ਕਿ ਵੀ ਥੋੜਾ ਜਿਹਾ ਸਰੀਰ ਦੇ ਤਲ ਤੋਂ ਉੱਠ ਕੇ ਜੇ ਕਿਤੇ ਆਪਾਂ ਮਨ ਦੇ ਤਲ ਤੇ ਜਿਉਣਾ ਸ਼ੁਰੂ ਕਰੀਏ, ਕੀ ਪਤਾ ਸਾਡੀ ਅਵਸਥਾ ਥੋੜੀ ਜਿਹੀ ਉੱਚੀ ਹੋ ਜਾਏ। ਆਪਾਂ ਦੇ ਨਾ ਵਿਕਾਰਾਂ ਤੋਂ ਉੱਤੇ ਉੱਠਦੇ ਆ, ਨਾ ਕਰਮ ਇੰਦਰੇ ਨਾ ਗਿਆਨ ਇੰਦਰੇ, ਆਪਾਂ ਤੇ ਉੱਥੇ ਦੇ ਉੱਤੇ ਖਲੋਤੇ ਰਹਿੰਦੇ ਆ। ਮੈਂ ਬੇਨਤੀ ਕਰਾਂ ਗੁਰੂ ਅਮਰਦਾਸ ਮਹਾਰਾਜ, ਮੈਂ ਬਾਰ-ਬਾਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਨੂੰ ਕੋਟ ਕਰ ਰਿਹਾ। ਕਿਉਂ? ਕਿਉਂਕਿ ਬੜਾ ਕੁਝ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਬਾਣੀ ਵਿੱਚ ਲੈ ਕੇ, ਮੈਂ ਸਿਰਫ ਸੌਖਾ ਜਿਹਾ, ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਸਿਰਫ ਸੌਖੇ ਜਿਹੇ ਲਫ਼ਜ਼ਾਂ ਦੇ ਅੰਦਰ, ਕੋਈ ਔਖਾ ਨਹੀਂ। ਮੇਰੀ ਭਾਵਨਾ ਹੁੰਦੀ ਹੈ ਸਿਰਫ ਸੌਖੇ ਜਿਹੇ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾ ਸਕਾਂ। ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ। ਹੁਣ ਆਪਾਂ ਪੜ੍ਹ ਲਿਆ, ਹੁਣ ਚੇਤੇ ਰੱਖਣਾ ਇਸ ਸ਼ਬਦ ਦਾ ਤੇ ਭਗਤ ਕਬੀਰ ਜੀ ਦੇ ਸ਼ਬਦ ਦਾ ਆਪਸੀ ਬੜਾ ਗੂੜਾ ਸੰਬੰਧ ਹੈ। ਕਦੀ ਇਹਨਾਂ ਦੋਵਾਂ ਸ਼ਬਦਾਂ ਨੂੰ ਆਪਸੀ ਤਾਲਮੇਲ ਵਿੱਚ ਰੱਖਿਓ। ਇੱਥੇ ਭਗਤ ਕਬੀਰ ਜੀ ਕਹਿੰਦੇ ਆ ਕਿ ਵੀ ਸਰੀਰਕ ਮੋਹ ਤੋਂ ਕਦੀ ਤੂੰ ਉੱਤੇ ਉੱਠ ਕੇ ਹੀ ਨਹੀਂ ਵੇਖਿਆ, ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ ਆਪਣੇ ਸਰੀਰ ਤੋਂ ਥੋੜਾ ਜਿਹਾ ਉੱਤੇ ਉੱਠ ਕੇ ਵੇਖਦਾ, ਰੱਬ ਨੇ ਤੈਨੂੰ ਬੜਾ ਕੁਝ ਦਿੱਤਾ ਹੈ। ਬਚਨ ਸਾਂਝਾ ਕਰਨਾ ਚਾਹੁੰਦਾ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ। ਬਸ ਇੱਥੇ ਰੁਕਿਓ ਹੁਣ ਥੋੜਾ ਜਿਹਾ, ਕਿ ਕਰਮ ਕਮਾਇਆ। ਤੇ ਭਗਤ ਕਬੀਰ ਜੀ ਕਹਿੰਦੇ ਆਪਣੇ ਸਰੀਰਕ ਮੋਹ ਤੋਂ ਕਦੀ ਉੱਤੇ ਹੀ ਨਹੀਂ ਉੱਠ ਗਿਆ। ਇਹਨੇ ਕਰਮ ਕੀ ਕਰਨਾ ਹੈ? ਇਹ ਕਰਮ ਕਰਦਾ ਤੇ ਤਾਂ ਨਾ ਜੇ ਆਪਣੇ ਸਰੀਰ ਦੀਆਂ ਗੱਲਾਂ ਤੋਂ, ਆਪਣੇ ਗਿਆਨ ਇੰਦਰੇ, ਆਪਣੇ ਕਰਮ ਇੰਦਰੇ, ਆਪਣੇ ਵਿਕਾਰਾਂ ਤੋਂ ਉੱਤੇ ਉੱਠਦਾ। ਇਹ ਤਾਂ ਸਾਰੀ ਜ਼ਿੰਦਗੀ ਆਪਣੇ ਵਿਕਾਰਾਂ ਤੋਂ ਹੀ ਉੱਤੇ ਨਹੀਂ ਉੱਠ ਸਕਿਆ, ਤੇ ਇਹ ਕੀ ਗੱਲ ਸਰੀਰ ਦੇ ਨਾਲ ਕਰਦਾ। ਭਗਤ ਕਬੀਰ ਜੀ ਕਹਿੰਦੇ ਆ ਇਹਦਾ ਸਾਰੀ ਜ਼ਿੰਦਗੀ ਮੋਹ ਹੀ ਖਤਮ ਨਹੀਂ ਹੋਇਆ। ਮੋਹ ਦੇ ਅੰਦਰ ਆ ਕੇ ਇਹ ਬੜੇ ਵੱਡੇ ਵੱਡੇ ਪਾਪ ਵੀ ਕਰ ਬੈਠਾ, ਪਰ ਫਿਰ ਵੀ ਇਹ ਸਮਝ ਨਹੀਂ ਪਾਇਆ। ਹੁਣ ਤੁਸੀਂ ਹੈਰਾਨ ਹੋਵੋਗੇ, ਮੋਹ ਵਿੱਚ ਆਇਆ ਬੰਦਾ ਤੇ ਕੁਝ ਵੀ ਕਰ ਸਕਦਾ ਹੈ। ਉਹ ਮੋਹ ਭਾਵੇਂ ਕਿਸੇ ਚੀਜ਼ ਦਾ ਹੋਵੇ, ਭਾਵੇਂ ਕਿਸੇ ਮਿੱਤਰ ਦਾ, ਅਤ ਕਰੀਬੀ ਦਾ ਹੋਵੇ, ਭਾਵੇਂ ਕਿਸੇ ਪਰਿਵਾਰ ਦੇ ਵਿੱਚ ਭੈਣ ਭਰਾ ਮਾਂ ਬਾਪ ਦੇ ਪ੍ਰਤੀ ਮੋਹ ਹੋਵੇ, ਕਿਸੇ ਦੇ ਪ੍ਰਤੀ ਵੀ ਹੋਵੇ। ਬੰਦਾ ਕੋਈ ਨਾ ਕੋਈ ਕਰਮ ਇਹੋ ਜਿਹਾ ਮਾੜਾ ਕਰ ਹੀ ਬਹਿੰਦਾ, ਕਿਉਂਕਿ ਮੋਹ ਦੇ ਵਿੱਚ ਫਸਿਆ ਹੋਇਆ। ਹੁਣ ਮੈਂ ਇੱਕ ਉਦਾਹਰਨ ਤੁਹਾਨੂੰ ਬਾਣੀ ਵਿੱਚੋਂ ਦੇਣਾ ਚਾਹੁੰਦਾ। ਉਹ ਕਿਵੇਂ? ਮੋਹ ਵਿੱਚ ਆਇਆ ਸਰੀਰ ਦੇ ਤਲ ਤੇ ਜਿਉਣ ਵਾਲਾ ਬੰਦਾ। ਭਗਤ ਬਾਣੀ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇੱਕ ਆਪਾਂ ਬਚਨ ਪੜ੍ਹਦੇ ਹਾਂ, ਸਤਿਗੁਰੂ ਜੀ ਕਹਿੰਦੇ ਇਹ ਜੀਅਰਾ ਇਹਦਾ ਪਾਪੀ ਹੋ ਚੁੱਕਾ ਹੈ। ਪਾਪੀ ਜੀਅਰਾ ਲੋਭ ਕਰਤਾ ਹੈ। ਲੋਭੀ ਬਿਰਤੀ ਜਿਹੜੀ ਹੈ ਨਾ, ਇੰਨੀ ਕੁ ਲਾਲਚੀ ਬਣ ਜਾਂਦੀ ਹੈ, ਪਾਪ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀ, ਭਾਵੇਂ ਉਹ ਆਪਣਿਆਂ ਲਈ ਵੀ ਕਰਨਾ ਪੈ ਜਾਏ ਤਾਂ ਵੀ ਕਰਦਾ। ਜਿਵੇਂ ਇੱਕ ਬਚਨ ਫਿਰ ਖਿਆਲ ਵਿੱਚ ਰੱਖਿਓ, ਸਤਿਗੁਰੂ ਜੀ ਦੀ ਬਾਣੀ ਵਿੱਚ ਆਪਾਂ ਬਚਨ ਪੜ੍ਹਦੇ ਆ, ਬਹੁ ਪਰ ਪੰਚ ਕਰ ਪਰ ਧਨ ਲਿਆਵੈ। ਬੱਚਿਆਂ ਦਾ ਮੋਹ ਸੀ ਨਾ, ਕਿਉਂਕਿ ਸਰੀਰ ਦੇ ਤਲ ਤੇ ਨਾਲ ਜੁੜਿਆ ਹੋਇਆ ਸੀ, ਪਰਿਵਾਰ ਦਾ ਮੋਹ ਸੀ। ਹੁਣ ਪਰਿਵਾਰ ਦੇ ਮੋਹ ਵੱਲ ਵੇਖਿਆ ਨਾ, ਇਹਨੇ ਗੁਰੇਜ਼ ਕੀਤਾ ਕਿ ਮੈਂ ਕਿਸੇ ਨਾਲ ਠੱਗੀ ਮਾਰਨ ਲੱਗਾ, ਨਾ ਇਹਨੇ ਵੇਖਿਆ ਕਿ ਮੈਂ ਰਿਸ਼ਵਤ ਲੈਣ ਲੱਗਾ। ਸਿਰਫ ਇਹਨੇ ਆਪਣੇ ਘਰ ਦਾ ਮੋਹ ਵੇਖਿਆ। ਮੋਹ ਵੇਖ ਕੇ ਸਰੀਰ ਦੇ ਤਲ ਦੇ ਨਾਲ ਜੁੜਿਆ ਹੋਇਆ ਬੰਦਾ ਏਡਾ ਵੱਡਾ ਪਾਪ ਕਰ ਬੈਠਾ। ਬਹੁ ਪਰ ਪੰਚ ਕਰ ਪਰ ਧਨ ਲਿਆਵੈ ਸੁਤਦਾਰਾ ਪੈ।
ਆਨ ਲੁਟਾਵੇ। ਪਰ ਇਹਨੂੰ ਇਹ ਨਹੀਂ ਸੀ ਪਤਾ ਕਿ ਵੀ ਅੱਗੇ ਜਾ ਕੇ ਤੇਰੀ ਓਟ ਕੋਈ ਪਾਣੀਓ ਨਾ ਪਾਵੇ, ਤੇਰੀ ਕਿਸੇ ਨੇ ਓਟ ਵੀ ਨਹੀਂ ਲੈਣੀ ਤੇ ਤੈਨੂੰ ਤੇ ਕਿਸੇ ਨੇ ਪੁੱਛਣਾ ਤੱਕ ਨਹੀਂ। ਭਗਤ ਕਬੀਰ ਜੀ ਕਹਿੰਦੇ ਆ ਇਹ ਬਾਤਾਂ ਸਰੀਰਕ ਮੋਹ ਦੇ ਤਲ ਦੇ ਉੱਤੇ ਜਿਹੜੀਆਂ ਸਨ ਇਹ ਸਾਰੀਆਂ ਗੱਲਾਂ ਕਰਦਾ ਰਿਹਾ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਬਚਨ ਖਿਆਲ ਵਿੱਚ ਫਿਰ ਰੱਖਿਓ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਤੇ ਭਗਤ ਕਬੀਰ ਜੀ ਕੀ ਕਹਿੰਦੇ ਆ ਭਲਾ? ਭਗਤ ਕਬੀਰ ਜੀ ਅੱਗੇ ਕਹਿੰਦੇ ਆ ਤੇਰੇ ਮਨ ਵਿੱਚ ਮਾਇਕ ਫੁਰਨੇ ਹੀ ਨਾਚ ਕਰਦੇ ਰਹੇ। ਬੰਦਾ ਨਾ ਜਾਂ ਤੇ ਕਿਸੇ ਦੇ ਤਨ ਵੱਲ ਵੇਖਦਾ ਹੈ ਜਾਂ ਕਿਸੇ ਦੇ ਧਨ ਵੱਲ ਵੇਖਦਾ ਹੈ। ਮਾਇਕ ਫੁਰਨਿਆਂ ਦੀ ਗੱਲ ਆਪਾਂ ਕਰਦੇ ਆ। ਇਹ ਕਹਿੰਦਾ ਮੈਂ ਕਿਸੇ ਦਾ ਤਨ ਵੇਖਿਆ। ਸਤਿਗੁਰੂ ਜੀ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ ਬੜਾ ਕਮਾਲ ਦਾ, ਆਪਾਂ ਬਚਨ ਪੜ੍ਹਦੇ ਆ ਮਨ ਦੇ ਫੁਰਨੇ। ਕਿਉਂਕਿ ਬੰਦੇ ਦੇ ਜੇ ਖੋਜੇ ਮਨ ਦੇ ਫੁਰਨੇ ਹੋਣਗੇ ਉਹ ਜੇ ਅੰਦਰ ਚੇਤੇ ਰੱਖਣਾ ਉਹਦੇ ਅੰਦਰ ਇਨਸਾਨੀਅਤ ਜਾਂ ਹਵਾਨੀਅਤ ਜਨਮ ਲਏਗੀ। ਜੇ ਫੁਰਨੇ ਗਲਤ ਹੋਣਗੇ ਤੇ ਬੰਦਾ ਅੰਦਰੋਂ ਹਵਾਨੀਅਤ ਨੂੰ ਜਨਮ ਦੇ ਬੈਠੇਗਾ। ਜੇ ਫੁਰਨੇ ਚੰਗੇ ਹੋਣਗੇ ਮਨ ਦੇ ਤੇ ਆਪਣੇ ਅੰਦਰੋਂ ਇੱਕ ਚੰਗੀ ਇਨਸਾਨੀਅਤ ਨੂੰ ਜਨਮ ਦੇਵੇਗਾ। ਇਹ ਖਿਆਲ ਵਿੱਚ ਰੱਖਿਓ। ਇੱਕ ਬਚਨ ਸਾਂਝਾ ਕਰਨ ਲੱਗਾ ਸਾਂ, ਮਨ ਦੇ ਫੁਰਨੇ। ਇੱਕ ਬਚਨ ਆਪਾਂ ਪੜ੍ਹਦੇ ਹਾਂ, ਤੱਕੈ ਨਾਰ ਪਰਾਈਆਂ ਲੁਕ ਅੰਦਰ ਠਾਣੀ। ਇਹ ਮਨ ਦੇ ਵਿੱਚ ਬੰਦੇ ਨੇ ਫੁਰਨਾ ਬਣਾਇਆ, ਕਿਸੇ ਦੇ ਤਨ ਨੂੰ ਤੱਕਿਆ, ਹੁਣ ਫੁਰਨਾ ਆਹ ਬਣ ਗਿਆ। ਹੁਣ ਭਗਤ ਕਬੀਰ ਜੀ ਕਹਿੰਦੇ ਆ ਤੇਰੇ ਮਨ ਵਿੱਚ ਸਿਰਫ ਮਾਇਕ ਫੁਰਨੇ ਹੀ ਫੁਰਦੇ ਰਹੇ। ਹੁਣ ਜਾਂ ਕਿਸੇ ਦੇ ਤਨ ਨੂੰ ਵੇਖਿਆ ਇਹਨੇ ਇਹੋ ਜਿਹਾ ਫੁਰਨਾ ਬਣਾ ਲਿਆ, ਪਰ ਜਦੋਂ ਕਿਸੇ ਦੇ ਧਨ ਨੂੰ ਵੇਖਿਆ ਇਹਨੇ ਸੋਚਿਆ ਕਿ ਵੀ ਮੈਂ ਫੁਰਨਾ ਇਹਦੇ ਬਾਰੇ ਵੀ ਐਸਾ ਬਣਾਵਾਂ ਕਿ ਇਹ ਸਾਰਾ ਕੁਝ ਹੀ ਮੇਰੇ ਕੋਲ ਆ ਜਾਏ, ਸਾਰਾ ਕੁਝ ਹੀ ਮੇਰੇ ਕੋਲ ਆ ਜਾਏ। ਇਹ ਵੀ ਫੁਰਨਾ ਬੜਾ ਮਾੜਾ, ਇਹ ਤਾਂ ਪਾਪ ਵਾਲੇ ਪਾਸੇ ਲੈ ਗਿਆ ਇਹ ਵੀ। ਤੇ ਭਗਤ ਕਬੀਰ ਜੀ ਕਹਿੰਦੇ ਆ ਤੇਰੇ ਮਨ ਵਿੱਚ ਮਾਇਕ ਫੁਰਨੇ ਹੀ ਨਾਚ ਕਰਦੇ ਸਨ, ਉਹ ਸਭ ਕਿਤੇ ਲੋਪ ਹੋ ਗਏ ਨਜ਼ਰ ਆਉਂਦੇ ਨੇ। ਹੁਣ ਮੈਂ ਇਸ ਬਚਨ ਨੂੰ ਥੋੜਾ ਜਿਹਾ ਗੁਰਮਤਿ ਦੀ ਰੰਗਤ ਦੇ ਵਿੱਚੋਂ ਤੁਹਾਨੂੰ ਦੱਸਣਾ ਚਾਹੁੰਦਾ। ਇਸ ਪਾਵਨ ਬਚਨ ਦੇ ਅੰਦਰ ਭਗਤ ਕਬੀਰ ਜੀ ਸਾਨੂੰ ਕਹਿ ਕੀ ਰਹੇ ਆ, ਹੁਣ ਇਸ ਗੱਲ ਨੂੰ ਸਮਝਿਓ। ਬਾਬਾ ਸ਼ਬਦ ਜਿਹੜਾ ਸੀ ਨਾ, ਮੈਂ ਪਹਿਲਾਂ ਹੀ ਬੇਨਤੀ ਕੀਤੀ, ਜਿਹੜਾ ਬੰਦਾ ਰੱਬ ਦੇ ਰਾਹ ਤੇ ਤੁਰਿਆ ਨਾ, ਭਗਤ ਕਬੀਰ ਜੀ ਨੇ ਉਸ ਬੰਦੇ ਨੂੰ ਇੱਕ ਗੱਲ ਆਖੀ, ਬੰਦਿਆ ਮੈਂ ਤੈਨੂੰ ਪੁੱਛਣਾ ਚਾਹੁੰਦਾ, ਮੈਂ ਤੈਨੂੰ ਇਹ ਗੱਲ ਪੁੱਛਣੀ ਚਾਹੁੰਦਾ, ਜਿਹੜੇ ਤੇਰੇ ਅੰਦਰ ਬੋਲ ਸਨ ਪਹਿਲਾਂ ਮੈਨੂੰ ਇਹ ਦੱਸ ਉਹ ਬੋਲ ਕਿੱਥੇ ਗਏ। ਦੂਜੀ ਗੱਲ ਮੈਂ ਤੈਨੂੰ ਇਹ ਪੁੱਛਣੀ ਚਾਹੁੰਦਾ, ਤੇਰੇ ਅੰਦਰ ਜਿਹੜੇ ਮਾਇਕ ਫੁਰਨੇ ਜਨਮ ਲੈਂਦੇ ਸਨ ਉਹ ਫੁਰਨੇ ਕਿੱਥੇ ਗਏ। ਹੁਣ ਬੇਨਤੀ ਧਿਆਨ ਨਾਲ ਸੁਣਿਓ, ਭਗਤ ਕਬੀਰ ਜੀ ਕੀ ਕਹਿੰਦੇ ਆ। ਭਗਤ ਕਬੀਰ ਜੀ ਕਹਿੰਦੇ ਜਦੋਂ ਕੋਈ ਧਾਰਮਿਕ ਜਗਤ ਦੇ ਅੰਦਰ, ਧਰਮ ਦੀ ਦੁਨੀਆ ਦੇ ਅੰਦਰ, ਪਹਿਲਾਂ ਬੇਨਤੀ ਕੀਤੀ ਸਿਮਰਨ ਭਜਨ ਦੀ ਬਰਕਤ ਦੇ ਨਾਲ ਆਪਣੀ ਮੱਤ ਆਪਣੀ ਸੁਰਤ ਨੂੰ ਇੰਨਾ ਉੱਚਾ ਕਰ ਲੈਂਦਾ ਹੈ, ਸਤਿਗੁਰੂ ਜੀ ਕਹਿੰਦੇ ਨਾ ਤੇ ਉੱਥੇ ਲੱਭ ਰਹਿੰਦਾ, ਨਾ ਉੱਥੇ ਲੋਭ ਰਹਿੰਦਾ, ਨਾ ਉੱਥੇ ਪਾਪ ਰਹਿੰਦਾ। ਇੱਥੋਂ ਤੱਕ ਬੇਨਤੀ ਕਰਾਂ ਉੱਥੇ ਕੋਈ ਫੁਰਨਾ ਜਨਮ ਹੀ ਨਹੀਂ ਲੈਂਦਾ, ਉੱਥੇ ਸਿਰਫ ਤੇ ਸਿਰਫ ਰੱਬ ਹੀ ਰਹਿੰਦਾ, ਉੱਥੇ ਦੂਜੀ ਕੋਈ ਬਾਤ ਨਹੀਂ ਰਹਿੰਦੀ। ਫਿਰ ਭਗਤ ਕਬੀਰ ਜੀ ਕਹਿੰਦੇ ਆ ਜਦੋਂ ਤੂੰ ਰੱਬ ਨੂੰ ਆਪਣੀ ਸੁਰਤ ਵਿੱਚ ਵਸਾ ਲਿਆ, ਤੂੰ ਰੂਹਾਨੀਅਤ ਵਾਲੇ ਰਾਹ ਤੇ ਤੁਰ ਪਿਆ, ਹੁਣ ਮੈਨੂੰ ਦੱਸ ਉਹ ਸਭ ਕੁਝ ਕਿੱਥੇ ਗਿਆ ਜਿਹੜਾ ਕੱਲ ਤੱਕ ਤੇਰੇ ਅੰਦਰ ਜਨਮ ਲੈ ਕੇ ਬੈਠਾ ਸੀ। ਅੱਗੋਂ ਫਿਰ ਜਵਾਬ ਆਏਗਾ, ਮੈਂ ਬੜਾ ਕੁਝ ਬੋਲ ਲੈਂਦਾ ਸਾਂ ਪਰ ਹੁਣ ਮੇਰੇ ਕੋਲ ਬੋਲਣ ਦੇ ਲਈ ਕੁਝ ਨਹੀਂ ਹੈ। ਕਿਉਂ? ਹੁਣ ਮੈਨੂੰ ਪਤਾ ਲੱਗ ਗਿਆ ਕਿ ਵੀ ਜਿਹੜਾ ਮੇਰੇ ਅੰਦਰ ਬੋਲਦਾ ਉਹ ਰੱਬ ਹੈ। ਇੱਕ ਮੈਂ ਛੋਟੀ ਜਿਹੀ ਬੇਨਤੀ ਹੋਰ ਕਰਾਂ, ਇੱਕ ਆਪਾਂ ਭਗਤ ਰਵਿਦਾਸ ਜੀ ਦਾ ਬਚਨ ਪੜ੍ਹਦੇ ਹਾਂ। ਵੇਖੋ ਜਦੋਂ ਕੋਈ ਸੁਰਤ ਰੱਬ ਤੱਕ ਪਹੁੰਚ ਜਾਂਦੀ ਹੈ ਨਾ,
निरंकार तक पहुँच जाती है। वो सुरत एक अपने अंदरों हिरदे दे अंदरों एक बात कहती है, जब हम होते तब तू नहीं। हुण जदों सुरत रब तक पहुंची है उदों सुरत कहती है, जदों तक मैं सा मैं बोलदा सा, मेरे अंदर बैठे विकार बोलते सन, उदों मैं हंकार दियां गल्लां कर लैंदा सा, उदों मैं लालची बिरती विच भी आ जांदा सा, उदों सारा कुछ वापर जांदा सी। जब हम होते उदों तक सारा कुछ सी। पर सतगुरु बड़ी कृपा हुई, जदों सुरत थोड़ी जी उच्ची गई है, अब तू ही मैं नहीं, हुण कोई बोलण वाला रहा ही नहीं। रहिंदा कितों? क्यों? हुण ज्यों बुलावै त्यों बोलै स्वामी। बाबा बोलते ते कहाँ गए? हुण दस, हुण वो कहंदा कि ज्यों बुलावै त्यों बोलै स्वामी, कुदरत कवण हमारी, साध संग नानक जस गायो जो प्रभ की अत प्यारी। हुण मैं नहीं बोलदा, वो तो कहंदा हुण तां मेरे अंदर बैठा मेरा रब ही बोलदा। फिर मैं एक बेनती तुहाडे नाल साझी करनी चाहुंदा। चलो साडी एक रीत जी बन गई है कि भी आपां जो कुछ भी अज मनदे आ मरण तो बाद ही मनदे आ, जिउंदे जी ते आपां कुछ मनण दे लई तैयार ही नहीं आ। ये साडी एक बिरती बन चुकी है, माफ करना। पर धन गुरु ग्रंथ साहिब महाराज जी का समुचा खजाना साडे जिउंदे जियां वास्ते है। ये बेनती ध्यान नाल सुनियो। सतगुरु जी ने किते नहीं आख्या कि मरण तो बाद तेनू आ मुक्तियां मिलणगियां, मरण तो बाद तेरे नाल आ कुछ होवेगा ना। ये सब पाए हुए साडे भरम भुलेखे ने। साध संगत गुरबाणी जिउंदियां जी दी गल करदी है, ते आ जिहड़ा शब्द आपां विचार रहे हैं ये जिउंदियां बंदियां वास्ते है। सत भगत कबीर जी कहंदे अपनी सुरत नूं उच्चा लैके जा, तेरे अंदरों विकार खत्म। जिहड़ा अज तू बोलदा है ना, तू बोलेगा नहीं। क्यों? तेनू उन्हें वो बोलण जोगा रहन ही नहीं देना। क्यों? असल दे विच उन्हें तेनू दस देना, जिन कन कीते अखी नाक, जेवा दिती बोले तात, जिन मन राख्या अग्नि पाए, वाजै पवन आख्या सब जाए। तेनू पता ही लग जाना कि वे ते वाजा ओदा वजदा है, मैं किवें बोल सकदा। बस आही कहानी है इस शब्द के अंदर। मैं शब्द दी आप जी दे नाल व्याख्या करदिआं। पहलियां पंक्तियां में भगत कबीर जी कहते आ, गगन नगर एक बूंद ना बरखै, नाद कहाँ जो समाना। भगत कबीर जी कहते हे बाबा, शरीरक मोह आदक दा वो रोला कित्थे गया? जिहड़ा शरीर दे नाल जुड़िया सी, जिहड़ा रोल घचोला अंदर बनिया सी, वो कित्थे गया? होर हर वेले तेरे मन विच टिकिया रहिंदा सी, हुण तां तेरे मन विच कोई एक फुरना भी जन्म नहीं लैंदा। ते मैं बेनती करना, फुरना हमेशा जिउंदे बंदे दे अंदर जन्म लैंदा, मरे बंदे दे अंदर जन्म नहीं लैंदा। इत्थे भगत कबीर जी दे बचन नूं समझिओ। आपां मरण तो बाद ये शब्द पढ़ाउने आ कि बंदा मर गया जी, पढ़दे हो, ते भगत कबीर जी तां जिउंदे बंदे दी गल कर रहे आ। तुसीं सियाणे बैठे हो साध संगत। जिन्ने भी लोग मरदे आ कि मरण तो बाद कोई फुरना जन्म लैंदा, मरण तो बाद तां फुरने सारे खत्म हो जाते हैं। तो भगत कबीर जी कहते मैं तेनों पुछदा तेरे अंदर कोई फुरना जन्म लैंदा? इहदा मतलब यह है कि भगत कबीर जी जिउंदे बंदे दे नाल गल्लां कर रहे आ। भगत कबीर जी साडे नाल गल्लां कर रहे आ, साडे चलदे सवासां दे नाल। कहंदे आ भगत कबीर जी कहंदे आ, दस मैनूं हुण तां तेरे मन विच कोई फुरना एक भी जन्म नहीं लैंदा, उठदा तक नहीं। अगली गल, पार ब्रह्म परमेश्वर माधो परमहंस ले सिधाना। भाव की है जी एदा? ये सब मेर उस पार ब्रह्म परमेश्वर माधो परमहंस दी है, जिसने मन दे विच सारे मायक शोर परमहंस ले सधाना। भाव ये सारा कुछ तेरे अंदरों उन्हें कढ़ के बाहर मार दिता। हुण तेरे अंदर इहो जिहा कुछ नहीं। पहला लब कुत्ता भौंकदा सी, हुण नहीं। पहला एक स्वान दो स्वानी नाल भलके भौंकै सदा बेआल, बड़ा कुछ तेरे अंदर सी, पर उन्हें कढ़ के पार ब्रह्म परमेश्वर ने बाहर मारिया। हुण कुछ भी नहीं बोलदा। ते भगत कबीर जी अगे कहंदे आ, बजावन हारो कहाँ गयो जिन ए मंदिर कीना, शरीर मोह दे ओ पुरने कित्थे रह सकदे हन। हुण तां ओ मन ही नहीं रहा जिस मन ने शरीरक मोह विच ए ढोलकी बनाई हुई सी, जिवें ओ वजाउंदा सी उवें ए वजदा सी।
ਕਹਿਣ ਦਾ ਭਾਵ ਕਿ ਵੀ ਕਹਿੰਦੇ ਆ ਨਾ ਕਿ ਵੀ ਜਿਵੇਂ ਇਹ ਮਨ ਬੰਦੇ ਨੂੰ ਤੋਰਦਾ ਹੈ, ਇਹ ਬੰਦਾ ਉਸੇ ਤਰ੍ਹਾਂ ਤੁਰਦਾ ਹੈ। पर जदों मन ही गुरु वाला बन जाए, रब ही परमेश्वर वाला बन जाए, फिर चेते रखना ये मन फिर अपना मन नहीं रहिंदा, ये गुरु का मन हुंदा है। फिर सतगुरु जी कहते गुर सिख मीत चलो गुर चाली, जो गुर कह सोई भल मानो, हर हर कथा निराली। फिर वो मन वो परमात्मा के सहारे ते तुरदा है। इत्थे भगत कबीर जी वो कहते बजावन हारो कहाँ गए हो, जेड़ा मन तेनू वजांदा सी अंदर डुगडुगियां तेरे, वो मन हुण तेरा किथे गया मैनू दस। जिन ए मंदिर कीना भाव मायक मोह दी ढोलकी नू वजाण वाला ये मन किते लोप हो गया है। साखी शब्द सुरत नहीं उपजै, खिंच तेज सब लीना। भगत कबीर जी कहते तेज प्रताप जिहड़ी तेरी अपनी मैं वाली ताकत सी, फुरनिया वाली ताकत सी, या बोलां वाली ताकत सी कि मैं बोल लेना, मैं आ कुछ कर लेना। भगत कबीर जी कहते तेज प्रताप ही खिंच लिया मन विच। हुण वो पहलां वाली गल नहीं रही, हुण मन विच वो फुरने नहीं रहे। अगे कहते भगत कबीर जी श्रवण बिकल भय संग तेरे, इंद्री का बल थाका। ये श्रवण जिहड़े बड़ा कुछ सुन लेंदे सन, साकत गीत सुन लेंदे सन, निंदिया सुन लेंदे सन, हुण वो कन ना ते किसी दी निंदिया सुनन लई तैयार ने, ना ही वो कन हुण कोई साकत गीत सुनन दे लई तैयार ने। हुण सिर्फ ते सिर्फ वो कहंदे ने ए श्रवणो मेरेओ सच है सुनने नो पठाए। वो कहते हुण जे सुनना ही है सच्चे परमात्मा का नाम सुनिए। भगत कबीर जी कहते श्रवण बिकल भय संग तेरे, इंद्री का बल थाका। इंद्रियां दा बल थक गया, दस मैनू वो इंद्री कित्थे गई। चरण गए कर ढरक परे है, मुखों ना निकसै बाता। जेड़ा मुख बड़ियां गल्लां उच्चियां उच्चियां कर लैंदा सी, कहन लगे वो मुख वो मूँह हुण बोलण जोगा नहीं, हुण वो मैनू दस वो कित्थे गया। ते लास्ट विच फिर भगत कबीर जी कहते थाके पंच दूत सब तस्कर, आप अपने भरम ते काम आदक तेरे पंजे जिहड़े विकार ने वो हार चुके हैं। वो सारे चोर अपनी भटकना तो हुण हट गए हैं, कोई भी हुण लागे नहीं। थाका मन कुंचर उर थाका, तेज सूत धरत रमते। कहन लगे ये मन हाथी हुण थक गया, हुण किसे जोगा नहीं रहा। ते लास्ट विच मृतक भए दसे बंद छूटे, मृत भाई सब छोरे। कहन लगे हरि परमात्मा दे सिमरन दी बरकत दे नाल तेरे दसे ही हिंदरे शरीरक मोह वल्लों मर चुके हैं, सारा कुछ मर गया। कहत कबीर जो हर ध्यावै, जीवत बंधन धोरे। लास्ट पंक्ति दे विच भगत कबीर जी ने कह दिता जेड़ा हरि परमात्मा नूं ध्याउंदा है ना, भावर्थां नूं समझो। इहदे कबीर जी आखदे ने जो भी मनुख परमात्मा नूं सिमरदा है वो जिउंदा ही दुनिया दी किरतकार करदा होया। वेखो इत्थे लास्ट पंक्ति विच सारा बखेड़ा ही मुका के रख दिता, जिउंदा होया। भगत कबीर जी कहते वो जिउंदा होया किरतकार करदा होया इस तरह सरीरक मोह के बंधन नूं तोड़ लैंदा है। जदों तक आपां सरीरक बंधनां दे नाल जुड़े होया ना, चेते रखना उदों तक आपां चेते रखना निरंकार दे नेड़े नहीं हो सकते। थोड़ा जा शरीर दे तल तो उठ के मन दे तल ते जदों जिउणा शुरू करांगे ना, निज आत्मे तो जिउणा शुरू करांगे, फिर सच्चाई हकीकत जिंदगी दी साडे सामने नज़र आउंदी है। फिर सानू सब कुछ सच नज़र आउंदा है। जो झूठ जो तक हुण साडे अंदर वरतदा रहा हुण तक, वो सारा कुछ साडे अंदरों खत्म हो जाता है। इसे करके सतगुरु जी कहंदे आ पुत्त मैं तेरे अंदर दे झूठ दे पर्दे ला दियां ते सच दे पर्दे दे अगे तेनू कर दियां। सो सतगुर दाता कृपा करे सच अपने अंदर आ जाए। ये अरदास गुरु दे चरनां विच करिए ते कूड़ नूं छड्ड के निरंकार दे नेड़े हो जाइए। भगत कबीर जी दा ये पावन बचन साडे हिरदे अंदर वस जाए। फिर मैं बेनती करनी चाहुंदा, बचन बड़ा महंगा है। मैं नहीं कहता कि मैं मुकम्मल इहदी विचार कर दी, मेरे तो भी गांह पए होणगे जिहड़ियां इहदियां विचारां करनगे। पर कोई भी सवाल कोई भी फुरना तुहाडे मन विच होवे तां तुसीं मेरे नाल डिस्कसन कर सकदे हो जी। वाहिगुरू जी का खालसा, वाहिगुरू जी की फतेह। राम कली।